ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਪੰਜਾਬੀ ਦੇ ਪ੍ਰਸਿੱਧ ਕਾਵਿ ਰੂਪ ਜੰਗਨਾਮਾ ਬਾਰੇ ਚਰਚਾ ਕਰਾਂਗੇ। ਜੰਗਨਾਮਾ ਫਾਰਸੀ ਦਾ ਪ੍ਰਸਿੱਧ ਕਾਵਿ ਰੂਪ ਹੈ। ਪੰਜਾਬੀ ਸਾਹਿਤ ਵਿੱਚ ਗਜ਼ਲ ਅਤੇ ਕਿੱਸਾ ਵਾਂਗ ਜੰਗਨਾਮੇ ਦਾ ਪ੍ਰਵੇਸ਼ ਫਾਰਸੀ ਸਾਹਿਤ ਦੇ ਪ੍ਰਭਾਵ ਅਧੀਨ ਹੀ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਜੰਗਨਾਮੇ ਬਾਰੇ ਵਧੇਰਾ ਚਰਚਾ ਕੀਤੀ ਜਾਵੇ, ਜੰਗਨਾਮੇ ਦੇ ਅਰਥ ਸਪਸ਼ਟ ਹੋਣਾ ਬੇਹੱਦ ਜ਼ਰੂਰੀ ਹੈ। ਜੰਗਨਾਮਾ ਜੰਗ ਅਤੇ ਨਾਮਾ ਦੋ ਯੌਗਿਕ ਸ਼ਬਦਾਂ ਦੇ ਮੇਲ ਤੋਂ ਹੋਂਦ ਵਿੱਚ ਆਇਆ ਹੈ। ਜੰਗ ਤੋਂ ਭਾਵ ਹੈ ਯੁੱਧ ਅਤੇ ਨਾਮਾ ਭਾਵ ਯੁੱਧ ਬਾਰੇ ਲਿਖਣਾ। ਸੋ ਸਪਸ਼ਟ ਹੈ ਕਿ ਜੰਗਨਾਮਾ ਕਿਸੇ ਲੜਾਈ ਜਾਂ ਜੰਗ ਦਾ ਵਿਸਤ੍ਰਿਤ ਵਰਣਨ ਹੁੰਦਾ ਹੈ, ਬਿਆਨ ਹੁੰਦਾ ਹੈ। ਡਾਕਟਰ ਰਤਨ ਸਿੰਘ ਜੱਗੀ ਨੇ ਜੰਗਨਾਮਾ ਨੂੰ ਪਰਿਭਾਸ਼ਿਤ ਕਰਦੇ ਹੋਏ ਲਿਖਿਆ ਹੈ ਕਿ ਜੰਗਨਾਮਾ ਉਹ ਬਿਰਤਾਂਤਿਕ ਕਾਵਿ ਰੂਪ ਹੈ ਜਿਸ ਵਿੱਚ ਕਿਸੇ ਮਹੱਤਵਪੂਰਨ ਜੰਗ ਦਾ ਵਰਣਨ ਇਤਿਹਾਸਕ ਸੱਚਾਈ ਦੇ ਆਧਾਰ 'ਤੇ ਰੌਚਕ ਸ਼ੈਲੀ ਵਿੱਚ ਕੀਤਾ ਗਿਆ ਹੋਵੇ। ਇਸ ਤੋਂ ਬਾਅਦ ਅਸੀਂ ਜੰਗਨਾਮਾ ਦੇ ਤੱਤ ਬਾਰੇ ਚਰਚਾ ਕਰਾਂਗੇ। ਜੰਗਨਾਮਾ ਦਾ ਸਭ ਤੋਂ ਪ੍ਰਸਿੱਧ ਤੱਤ ਹੈ, ਅਹਿਮ ਤੱਤ ਹੈ, ਖਾਸਮ ਖਾਸ ਤੱਤ ਹੈ ਇਤਿਹਾਸਕਤਾ। ਭਾਵ ਜੰਗਨਾਮੇ ਜੋ ਹਨ ਕਿਸੇ ਇਤਿਹਾਸਕ ਘਟਨਾ ਨੂੰ ਆਧਾਰ ਬਣਾ ਕੇ ਹੀ ਲਿਖੇ ਜਾਂਦੇ ਹਨ। ਇਤਿਹਾਸਕ ਸੱਚਾਈ ਨੂੰ ਪੇਸ਼ ਕਰਨਾ ਹੀ ਜੰਗਨਾਮਾਕਾਰ ਦਾ ਮੁੱਖ ਮਨੋਰਥ ਹੁੰਦਾ ਹੈ, ਕਿਉਂਕਿ ਜਦੋਂ ਅਸੀਂ ਕਿਸੇ ਇਤਿਹਾਸਕ ਘਟਨਾ ਦਾ ਬਿਆਨ ਕਰਦੇ ਹਾਂ ਤਾਂ ਉਸ ਦੇ ਵਿੱਚ ਸਮੇਂ ਅਤੇ ਸਥਾਨ ਬਾਰੇ ਵੇਰਵਾ ਦੇਣਾ, ਬਹੁਤ ਬਾਰੀਕ ਬੀਨੀ ਦੇ ਨਾਲ ਵੇਰਵਾ ਦੇਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਇਤਿਹਾਸਕ ਤੱਥ ਜੋ ਹਨ ਉਹ ਸਮੇਂ ਦੀ ਮੂੰਹ ਬੋਲਦੀ ਤਸਵੀਰ ਹੁੰਦੇ ਹਨ। ਸੋ ਜਦੋਂ ਅਸੀਂ ਇਤਿਹਾਸਕ ਤੱਥ ਨੂੰ ਪੇਸ਼ ਕਰਦੇ ਹਾਂ ਕਿਸੇ ਸਾਹਿਤਕ ਰਚਨਾ ਦੇ ਵਿੱਚ, ਅਤੇ ਉਸ ਦੇ ਵਿੱਚ ਸਾਹਿਤਕ ਅੰਸ਼ਾਂ ਦਾ ਸਮਾਵੇਸ਼ ਹੋ ਜਾਂਦਾ ਹੈ, ਕਿਉਂਕਿ ਸਾਹਿਤ ਅਤੇ ਇਤਿਹਾਸ ਇੱਕ ਦੂਜੇ ਦੇ ਪੂਰਕ ਹਨ। ਜਦੋਂ ਵੀ ਕਿਸੇ ਇਤਿਹਾਸਕ ਘਟਨਾ ਨੂੰ ਕੋਈ ਇਤਿਹਾਸਕਾਰ ਸਾਹਿਤ ਦੇ ਵਿੱਚ ਪੇਸ਼ ਕਰਦਾ ਹੈ ਤਾਂ ਉਹ ਘਟਨਾ ਜੋ ਹੈ ਚਿਰਜੀਵੀ ਬਣ ਜਾਂਦੀ ਹੈ। ਉਹ ਇੱਕ ਦਸਤਾਵੇਜ਼ ਦੇ ਰੂਪ ਦੇ ਵਿੱਚ, ਪ੍ਰਮਾਣਿਕ ਦਸਤਾਵੇਜ਼ ਦੇ ਰੂਪ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸੁਰੱਖਿਅਤ ਹੋ ਜਾਂਦੀ ਹੈ। ਜੰਗਨਾਮੇ ਦੇ ਤੱਤਾਂ ਵਿੱਚ ਅਗਲਾ ਤੱਤ ਹੈ ਪਾਤਰ ਚਿੱਤਰਣ, ਕਿਉਂਕਿ ਜੰਗਨਾਮਾ ਦੇ ਵਿੱਚ ਕੋਈ ਇੱਕ ਪਾਤਰ ਜਾਂ ਨਾਇਕ ਨਹੀਂ, ਬਲਕਿ ਇੱਕ ਵਿਸ਼ੇਸ਼ ਸਮੂਹ ਹੁੰਦਾ ਹੈ ਜਿਹੜਾ ਮੈਦਾਨੇ ਜੰਗ ਦੇ ਵਿੱਚ, ਯੁੱਧ ਦੇ ਵਿੱਚ ਆਪਣੀ ਆਹੂਤੀ ਦਿੰਦਾ ਹੈ, ਸੰਘਰਸ਼ ਕਰਦਾ ਹੈ। ਸੋ ਉਹਨਾਂ ਸਾਰਿਆਂ ਪਾਤਰਾਂ ਦਾ, ਯਾਨੀ ਕਿ ਯੁੱਧ ਦਾ ਜੋ ਸੈਨਾਪਤੀ ਹੈ, ਯੁੱਧ ਦੀਆਂ ਬਾਕੀ ਸੈਨਾਵਾਂ ਹਨ, ਜਾਂ ਯੁੱਧ ਦੀ ਅਗਵਾਈ ਕਰਨ ਵਾਲਾ ਜੋ ਮੁੱਖ ਨਾਇਕ ਜਾਂ ਰਾਜਾ ਹੈ, ਜਾਂ ਕੋਈ ਆਮ ਜੀਵਨ ਦਾ ਸ਼ਖਸ ਹੈ, ਉਹਨਾਂ ਸਾਰਿਆਂ ਦੇ ਪਾਤਰ ਨੂੰ ਯਥਾਰਥਕ ਰੂਪ ਦੇ ਵਿੱਚ ਚਿਤਰਿਆ ਜਾਂਦਾ ਹੈ। ਕਿਸੇ ਵੀ ਪੱਖ ਨੂੰ ਉਹਨਾਂ ਦੇ ਜੀਵਨ ਦੇ ਨੂੰ ਲੁਕਾਇਆ ਨਹੀਂ ਜਾਂਦਾ, ਕਿਉਂਕਿ ਜੰਗਨਾਮੇ ਵਿੱਚ ਇੱਕ ਸਮੂਹ ਦੀ ਸ਼ਮੂਲੀਅਤ ਹੁੰਦੀ ਹੈ। ਸੋ ਸਾਰਿਆਂ ਦੀ ਸ਼ਮੂਲੀਅਤ ਨੂੰ ਪੂਰੀ ਕੁਸ਼ਲਤਾ ਦੇ ਨਾਲ ਪੇਸ਼ ਕਰਨਾ ਜੰਗਨਾਮਾਕਾਰ ਦਾ ਇੱਕ ਅਹਿਮ ਮਨੋਰਥ ਵੀ ਹੁੰਦਾ ਹੈ। ਜਿਵੇਂ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਦੇ ਵਿੱਚ ਸ਼ਾਹ ਮੁਹੰਮਦ ਨੇ ਖਾਲਸਾ ਸੈਨਾ ਦੇ ਨਾਲ ਨਾਲ ਅੰਗਰੇਜ਼ੀ ਸੈਨਾ ਦੀਆਂ ਜੋ ਜਿੱਤਾਂ ਹਨ ਜਾਂ ਮੱਲਾਂ ਹਨ ਉਹਨਾਂ ਨੂੰ ਵੀ ਬਿਆਨ ਕੀਤਾ ਹੈ। ਜੰਗਨਾਮੇ ਦੀ ਭਾਸ਼ਾ ਜੋ ਹੈ ਸਰਲ ਭਾਸ਼ਾ ਹੁੰਦੀ ਹੈ, ਆਮ ਮੁਹਾਵਰੇ ਵਾਲੀ ਸਰਲ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਵੇਂ ਵਾਰ ਸਾਹਿਤ ਦੇ ਵਿੱਚ ਭਾਸ਼ਾ ਨਿਵੇਕਲੀ ਹੁੰਦੀ ਹੈ, ਪ੍ਰਚੰਡ ਰੂਪ ਦਿੱਤਾ ਜਾਂਦਾ ਹੈ ਉਸ ਦੇ ਵਿੱਚ, ਪਰ ਜੰਗਨਾਮੇ ਦੀ ਭਾਸ਼ਾ ਸਰਲ, ਸਹਿਜ ਅਤੇ ਸੁਖੈਨ ਯਾਨੀ ਕਿ ਆਸਾਨ ਹੁੰਦੀ ਹੈ। ਜੰਗਨਾਮੇ ਦੇ ਵਿੱਚ ਰਸ ਜੋ ਹਨ ਇਹਨਾਂ ਦਾ ਵੀ ਵਿਸ਼ੇਸ਼ ਸਥਾਨ ਹੁੰਦਾ ਹੈ, ਕਿਉਂਕਿ ਯੁੱਧ ਦਾ ਚਿੱਤਰਣ ਹੈ ਬੀਰ ਰਸ। ਆਪਣੇ ਆਪ ਯੁੱਧ ਦੀ ਜਦੋਂ ਤਰਜਮਾਨੀ ਕਰਾਂਗੇ ਤਾਂ ਬੀਰ ਰਸ ਦੇ ਰਾਹੀਂ ਹੀ ਪ੍ਰਗਟਾਇਆ ਜਾਏਗਾ ਯੁੱਧ ਦਾ ਦ੍ਰਿਸ਼, ਪਰ ਜੰਗਨਾਮੇ ਦੀ ਖਾਸੀਅਤ ਇਹ ਹੈ ਕਿ ਇਹਦੇ ਵਿੱਚ ਬੀਰ ਰਸ ਗੌਣ ਹੁੰਦਾ ਹੈ ਅਤੇ ਕਰੁਣਾ ਰਸ ਪ੍ਰਧਾਨ ਹੋ ਜਾਂਦਾ ਹੈ। ਕਰੁਣਾ ਰਸ ਪ੍ਰਧਾਨ ਕਿਉਂ ਹੁੰਦਾ ਹੈ? ਕਿਉਂਕਿ ਜੰਗਨਾਮੇ ਦੇ ਜਿਹੜੇ ਨਾਇਕ ਹੁੰਦੇ ਹਨ ਉਹ ਦੇਸ਼ ਜਾਂ ਧਰਮ ਦੇ ਖਾਤਰ ਆਪਣੀ ਪ੍ਰਾਣਾਂ ਦੀ ਬਾਜੀ ਲਾਉਂਦੇ ਹਨ, ਸ਼ਹਾਦਤ ਪ੍ਰਾਪਤ ਕਰ ਜਾਂਦੇ ਹਨ। ਸੋ
ਇੱਕ ਉਸ ਸ਼ਖਸੀਅਤ ਬਾਰੇ ਲਿਖਿਆ ਜਾਂਦਾ ਹੈ ਜੰਗਨਾਮਾ, ਜੋ ਕਿ ਉਸ ਸਮੇਂ ਦੇ ਵਿੱਚ ਮੌਜੂਦ ਨਹੀਂ ਹੁੰਦੀ। ਉਹਦੀਆਂ ਸਮ੍ਰਿਤੀਆਂ ਨੂੰ ਜੰਗਨਾਮੇ ਦੇ ਵਿੱਚ, ਉਸਦੀ ਸੂਰਬੀਰਤਾ ਨੂੰ, ਉਸਦੇ ਆਦਰਸ਼ਾਂ ਨੂੰ, ਉਸਦੇ ਅਸੂਲਾਂ ਨੂੰ ਜੰਗਨਾਮੇ ਦੇ ਵਿੱਚ ਉਘਾੜਿਆ ਜਾਂਦਾ ਹੈ। ਔਰ ਜੰਗਨਾਮਾ ਵਿਸ਼ੇਸ਼ ਕਰਕੇ ਹਾਰੀ ਹੋਈ ਧਿਰ ਬਾਰੇ ਹੀ ਲਿਖਿਆ ਜਾਂਦਾ ਹੈ। ਸੋ ਉਹਦੇ ਵਿੱਚ ਕਰੁਣਾ ਰਸ ਆਪ ਮੁਹਾਰੇ ਆ ਝਲਕਦਾ ਹੈ। ਛੰਦ ਜੋ ਹਨ ਜੰਗਨਾਮੇ ਦੇ ਵਿੱਚ, ਜਿੱਥੇ ਯੁੱਧ ਦਾ ਚਿੱਤਰਨ ਹੈ ਉੱਥੇ ਯੁੱਧ ਦਾ ਚਿੱਤਰਨ ਜੋ ਹੈ ਵਾਰ ਕਾਵਿ ਦੇ ਵਿੱਚ ਸਿਰਖੰਡੀ ਛੰਦ ਵਿੱਚ ਹੁੰਦਾ ਹੈ, ਪਰ ਜੰਗਨਾਮੇ ਦੇ ਲਈ ਛੰਦ ਕੋਈ ਨਿਸ਼ਚਿਤ ਨਹੀਂ ਹੈ। ਕਵੀ ਆਪਣੀ ਸੁਖੈਨਤਾ ਮੁਤਾਬਕ, ਆਪਣੀ ਸਹੂਲੀਅਤ ਮੁਤਾਬਕ ਕਿਸੇ ਵੀ ਛੰਦ ਦਾ ਪ੍ਰਯੋਗ ਕਰ ਸਕਦਾ ਹੈ, ਪਰ ਆਮ ਤੌਰ 'ਤੇ ਬੈਂਤ ਛੰਦ ਵਿੱਚ ਲਿਖੇ ਗਏ ਹਨ ਜ਼ਿਆਦਾਤਰ ਜੰਗਨਾਮੇ। ਇਸ ਤੋਂ ਬਾਅਦ ਆ ਜਾਂਦੇ ਹਨ ਅਲੰਕਾਰ। ਅਲੰਕਾਰ ਭਾਸ਼ਾ ਨੂੰ ਸਜਾਉਣ ਦੇ ਲਈ ਭਾਸ਼ਾ ਦਾ ਇੱਕ ਜ਼ਰੂਰੀ ਤੱਤ ਹਨ, ਪਰ ਜੰਗਨਾਮੇ ਦੇ ਵਿੱਚ ਅਲੰਕ੍ਰਿਤ ਭਾਸ਼ਾ ਦਾ ਪ੍ਰਯੋਗ ਘੱਟ ਹੁੰਦਾ ਹੈ। ਸੋ ਜੰਗਨਾਮੇ ਦੇ ਵਿੱਚ ਅਲੰਕਾਰਾਂ ਦੀ ਮੌਜੂਦਗੀ ਜੋ ਹੈ ਉਹ ਸਹਿਜ ਸੁਭਾਅ ਹੁੰਦੀ ਹੈ। ਸੁੱਤੇ ਸਿੱਧ ਜੰਗਨਾਮੇ ਦੇ ਵਿੱਚ ਅਲੰਕਾਰਾਂ ਦਾ ਪ੍ਰਯੋਗ ਹੁੰਦਾ ਹੈ, ਕਿਸੇ ਵਿਸ਼ੇਸ਼ ਪ੍ਰਯੋਜਨ ਅਧੀਨ ਮਿੱਥ ਕੇ ਅਲੰਕਾਰਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਜੰਗਨਾਮੇ ਦੇ ਲੱਛਣ ਜੋ ਹਨ, ਇਹਨਾਂ ਦੇ ਵਿੱਚ ਇਤਿਹਾਸਕ ਪ੍ਰਸੰਗ, ਕਿਉਂਕਿ ਜੰਗਨਾਮਾ ਜਿਵੇਂ ਕਿ ਪਹਿਲਾਂ ਵੀ ਦੱਸਿਆ ਹੈ ਕਿਸੇ ਇਤਿਹਾਸਕ ਘਟਨਾ ਬਾਰੇ ਲਿਖਿਆ ਜਾਂਦਾ ਹੈ, ਸੋ ਉਸ ਇਤਿਹਾਸਕ ਘਟਨਾ ਨੂੰ ਕਥਾ ਰੂਪ ਦੇ ਵਿੱਚ ਪ੍ਰਗਟਾਇਆ ਜਾਂਦਾ ਹੈ। ਔਰ ਫੌਜਾਂ ਹਨ ਜੰਗਨਾਮੇ ਦਾ ਅਗਲਾ ਲੱਛਣ, ਕਿਉਂਕਿ ਫੌਜਾਂ ਜੋ ਮੈਦਾਨੇ ਜੰਗ ਦੇ ਵਿੱਚ ਲੜ ਰਹੀਆਂ ਹਨ ਉਹਨਾਂ ਦੀ ਬਹਾਦਰੀ ਦਾ ਗੁਣਗਾਨ ਕੀਤਾ ਜਾਂਦਾ ਹੈ ਜੰਗਨਾਮੇ ਦੇ ਵਿੱਚ। ਜਿਵੇਂ ਸ਼ਾਹ ਮੁਹੰਮਦ ਨੇ ਦੋਹਾਂ ਧਿਰਾਂ ਦੀ ਬਹਾਦਰੀ ਨੂੰ ਬਿਆਨ ਕਰਦਿਆਂ ਹੋਇਆਂ ਲਿਖਿਆ ਹੈ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ। ਫਿਰ ਯੁੱਧ ਦੀ ਚੜ੍ਹਾਈ, ਯਾਨੀ ਕਿ ਪਹਿਲਾਂ ਫੌਜਾਂ ਦੀ ਜੋ ਹੈ ਤਿਆਰੀ ਤੋਂ ਬਾਅਦ ਮੈਦਾਨੇ ਜੰਗ ਨੂੰ ਜਾਣ ਵਾਲੀ ਦੀ ਜੋ ਸਥਿਤੀ ਹੈ ਉਸ ਨੂੰ ਬਿਆਨ ਕੀਤਾ ਜਾਂਦਾ ਹੈ। ਫਿਰ ਅਸੀਂ ਇਸ ਦੇ ਵਿੱਚ ਸ਼ਾਹ ਮੁਹੰਮਦ ਦਾ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਹੀ ਲੈ ਸਕਦੇ ਹਾਂ। ਜਿਵੇਂ ਧੌਂਸਾ ਵੱਜਿਆ ਕੂਚ ਦਾ ਹੁਕਮ ਹੋਇਆ, ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ। ਅਤੇ ਮੈਦਾਨੇ ਜੰਗ ਦੇ ਵਿੱਚ ਫਿਰ ਯੁੱਧ ਦਾ ਚਿੱਤਰਨ ਬਿਆਨ ਕੀਤਾ ਜਾਂਦਾ ਹੈ। ਜੰਗ ਦੇ ਵਿੱਚ ਜਾ ਕੇ ਫੌਜਾਂ ਜਿਵੇਂ ਲੜਦੀਆਂ ਹਨ ਉਸ ਸਥਿਤੀ ਨੂੰ ਜੰਗਨਾਮੇ ਵਿੱਚ ਪ੍ਰਗਟਾਇਆ ਜਾਂਦਾ ਹੈ। ਜਿਵੇਂ ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਦਿੱਤੇ। ਸੋ ਸਪਸ਼ਟ ਹੈ ਕਿ ਜੰਗਨਾਮੇ ਦੇ ਵਿੱਚ ਕੋਈ ਵੀ ਜੰਗਨਾਮਾਕਾਰ, ਕੋਈ ਵੀ ਲੇਖਕ ਜਦੋਂ ਜੰਗਨਾਮੇ ਦੀ ਸਿਰਜਣਾ ਕਰਦਾ ਹੈ ਤਾਂ ਉਹ ਇਹਨਾਂ ਸਾਰਿਆਂ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੀ ਜੰਗਨਾਮੇ ਦੀ ਸਿਰਜਣਾ ਕਰਦਾ ਹੈ। ਇਸ ਤੋਂ ਬਾਅਦ ਆ ਜਾਂਦੇ ਹਨ ਪੰਜਾਬੀ ਦੇ ਵਿੱਚ ਪ੍ਰਸਿੱਧ ਜੰਗਨਾਮੇ ਜੋ ਹੁਣ ਤੱਕ ਲਿਖੇ ਗਏ ਹਨ। ਵੈਸੇ ਜੰਗਨਾਮਾ ਸਾਹਿਤ ਦੀ ਜੋ ਸ਼ੁਰੂਆਤ ਹੋਈ ਹੈ, ਕਿਉਂਕਿ ਫਾਰਸੀ ਕਾਵਿ ਰੂਪ ਹੈ ਔਰ ਫਾਰਸੀ ਕਵੀਆਂ ਨੇ ਖਾਸ ਕਰਕੇ ਜੋ ਹਜ਼ਰਤ ਮੁਹੰਮਦ ਦੇ ਦੋਹਤੇ ਸਨ ਇਮਾਮ ਹੁਸੈਨ, ਜਿਨ੍ਹਾਂ ਨੇ ਕਰਬਲਾ ਦੇ ਮੈਦਾਨ ਦੇ ਵਿੱਚ ਬੜੀ ਦਰਦਨਾਕ ਸ਼ਹਾਦਤ ਪ੍ਰਾਪਤ ਕੀਤੀ। ਸੋ ਇਮਾਮ ਹੁਸੈਨ ਦੀ ਦਰਦਨਾਕ ਸ਼ਹਾਦਤ ਨੂੰ ਜੰਗਨਾਮਿਆਂ ਵਿੱਚ ਪ੍ਰਗਟਾਉਣਾ ਹੀ ਮੁਸਲਮਾਨ ਕਵੀਆਂ ਦਾ ਮੁੱਖ ਮਨੋਰਥ ਸੀ। ਔਰ ਇਸ ਮਨੋਰਥ ਦੀ ਪੂਰਤੀ ਦੇ ਲਈ ਪੀਰ ਕਾਸਮੀ, ਅਹਿਮਦ ਯਾਰ ਔਰ ਮੁਕਬਲ ਨੇ ਜੰਗਨਾਮੇ ਇਮਾਮ ਹੁਸੈਨ ਦੇ ਲਿਖੇ। ਇਸ ਤੋਂ ਬਾਅਦ ਜੰਗਨਾਮਾ ਹਾਮਦ ਅਤੇ ਅਹਿਮਦ ਯਾਰ ਨੇ ਵੀ ਲਿਖਿਆ ਹੈ। ਪੰਜਾਬੀ ਦੇ ਵਿੱਚ ਜੋ ਜੰਗਨਾਮਾ ਗੁਰੂ ਗੋਬਿੰਦ ਸਿੰਘ ਜੀ ਨੇ ਅਣੀ ਰਾਏ ਲਿਖਿਆ ਹੈ, ਜਿਸ ਦੇ ਵਿੱਚ ਭੰਗਾਣੀ ਦੇ ਯੁੱਧ ਦਾ ਵਰਣਨ ਕੀਤਾ ਗਿਆ ਹੈ। ਸ਼ਾਹ ਮੁਹੰਮਦ ਦਾ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਜੋ ਹੈ ਬਹੁਤ ਹੀ ਮਕਬੂਲ ਜੰਗਨਾਮਾ ਹੋਇਆ, ਪ੍ਰਸਿੱਧ ਜਾਂ ਮਸ਼ਹੂਰ ਜੰਗਨਾਮਾ ਕਹਿ ਸਕਦੇ ਹਾਂ ਅਸੀਂ। ਅਤੇ ਇਸ ਜੰਗਨਾਮੇ ਦੇ ਵਿੱਚ ਸ਼ਾਹ ਮੁਹੰਮਦ ਨੇ ਸਮਕਾਲੀ ਜੀਵਨ ਦੇ ਇਤਿਹਾਸਕ ਚਿੰਤਨ ਦੇ ਨਾਲ ਨਾਲ ਆਪਣੀ ਦ੍ਰਿਸ਼ਟੀ ਨੂੰ ਵੀ ਪ੍ਰਗਟਾਇਆ ਹੈ। ਕਾਹਨ ਸਿੰਘ ਨੇ ਜੰਗਨਾਮਾ ਲਾਹੌਰ ਲਿਖਿਆ ਹੈ। ਇਸ ਤੋਂ ਬਾਅਦ ਅਤੇ ਖਜ਼ਾਨ ਸਿੰਘ ਨੇ ਜੰਗਨਾਮਾ ਦਿੱਲੀ ਲਿਖ ਕੇ ਵੀ ਜੰਗਨਾਮਾ ਸਾਹਿਤ ਨੂੰ ਵਿਕਸਾਇਆ ਹੈ। ਸੋ ਸਿੱਟੇ ਰੂਪ ਦੇ ਵਿੱਚ, ਨਿਚੋੜ ਜਾਂ ਨਿਸ਼ਕਰਸ਼ ਦੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਜੰਗਨਾਮਾ ਫਾਰਸੀ ਦਾ ਉਹ ਪ੍ਰਸਿੱਧ ਕਾਵਿ ਰੂਪ ਹੈ ਜਿਸ ਦੇ ਵਿੱਚ ਕਿਸੇ ਵਾਸਤਵਿਕ ਘਟਨਾ ਦਾ ਬਿਆਨ ਕੀਤਾ ਜਾਂਦਾ ਹੈ ਔਰ ਜਿਸ ਦਾ ਅਸਲ ਮੰਤਵ ਜੋ ਹੈ, ਮਕਸਦ ਕਿਸੇ ਤਵਾਰੀਖੀ ਜਾਂ ਇਤਿਹਾਸਕ ਘਟਨਾ ਨੂੰ ਬਿਆਨ ਕਰਨਾ ਹੁੰਦਾ ਹੈ। ਜੰਗਨਾਮੇ ਜੋ ਹੈ ਆਮ ਤੌਰ 'ਤੇ ਇਹਨਾਂ ਦੇ ਨਾਇਕ ਹਾਰਦੇ ਹਨ, ਹਾਰੀ ਹੋਈ ਧਿਰ ਬਾਰੇ ਲਿਖੇ ਜਾਂਦੇ ਹਨ। ਮੁਸਲਮਾਨ ਕਵੀਆਂ ਨੇ ਜੰਗਨਾਮੇ ਸਭ ਤੋਂ ਵਧੇਰੇ ਲਿਖੇ ਹਨ
ਔਰ ਇਸ ਦਾ ਜੋ ਇਤਿਹਾਸਕ ਪੱਖ ਹੈ ਜਿਸ ਦੇ ਵਿੱਚ ਲੜਾਈ ਦਾ ਸਮਾਂ, ਸਥਾਨ ਅਤੇ ਹਥਿਆਰਾਂ ਦਾ ਵਰਣਨ ਵੀ ਕੀਤਾ ਜਾਂਦਾ ਹੈ। ਜਿਵੇਂ ਸ਼ਾਹ ਮੁਹੰਮਦ ਲਿਖਦਾ ਹੈ ਕਿ ਚੜੀਆਂ ਪਲਟਨਾਂ ਤੋਂ ਜੋੜ ਕੇ ਤੋਪਖਾਨੇ, ਇੱਥੋਂ ਸਪਸ਼ਟ ਹੋ ਰਿਹਾ ਕਿ ਜੰਗ ਸਿੰਘਾਂ ਅਤੇ ਫਿਰੰਗੀਆਂ ਦੇ ਵਿੱਚ ਤੋਪਾਂ ਦਾ ਵੀ ਪ੍ਰਯੋਗ ਕੀਤਾ ਗਿਆ ਸੀ। ਸੋ ਇਸ ਘਟਨਾ ਨੇ ਜਾਂ ਇਸ ਤੱਥ ਨੇ ਜੰਗਨਾਮੇ ਨੂੰ ਵਾਸਤਵਿਕਤਾ ਦੇ ਨੇੜੇ ਲੈ ਕੇ ਜਾਣ ਦੇ ਵਿੱਚ ਆਪਣੀ ਜੋ ਹੈ ਭੂਮਿਕਾ ਅਦਾ ਕੀਤੀ ਹੈ। ਸੋ ਉਮੀਦ ਹੈ ਕਿ ਜੰਗਨਾਮਾ ਜੋ ਹੈ ਬਹੁਤ ਪੂਰੀ ਤਰ੍ਹਾਂ ਤੁਹਾਨੂੰ ਸਪਸ਼ਟ ਹੋ ਗਿਆ ਹੋਵੇਗਾ। ਧੰਨਵਾਦ।